ਸਹੀ ਸਾਹਿਬ ਮੈਨੂੰ ਤੁਸੀਂ ਦੱਸੋ ਕਿ ਹਫੀਜ਼ ਤੁਹਾਡਾ ਕੀ ਲੱਗਦਾ ਸੀ? मेरा छोटा भाई से पुत्रा बजाया से ਉਹਨੂੰ ਕਿੰਨੇ ਕਤਲ ਕੀਤਾ ਹੈ? उमर फरूक ने ते अजमी छाटे ने ਕਿਉਂ ਕਤਲ ਕੀਤਾ ਸੀ ਉਹਨੂੰ? आ दुश्मनी बजा के बेने मेरे वादे कट के बढ़ के लड़का मारिया बेफिज मैं जा अपने वालद का कतल का पता लेने आ गया। ਹਾਂ ਤੇ ਹਫੀਜ਼ ਨੇ ਮੁਸ਼ਤਾਕ ਨੂੰ ਕਤਲ ਕੀਤਾ ਸੀ? जी चार बंदे सीगे, ਹੂੰ फीज भी सी, ਹੂੰ 3 बंदे होर सी। ਅੱਛਾ उन्होंने फायरिंग की है, ये अल्लाह जानदा है बे राणा ने मुंडे का फायर बजया ਹਾਂ या राइया फीज का फायर बजया या दूसरे राणे अमजद का फायर बजया अफसर का फायर बजया। ये हुण अल्लाह नूं पता जी ते पार्टी बारे बंदे करके साडे उत्ते पाती। ਤੇ ਹਫੀਜ਼ ਕਿੰਨੇ ਸਾਲ ਜੇਲ੍ਹ ਕੱਟ ਕੇ ਆਇਆ ਸੀ? तकरीबन 16-17 साल जे करके आया ते वो फिर बड़ी होके आया। 1.5 साल बाद मेरे भाई नूं इत्थे ड्रमां ते फायर मारिया ਉਹਨੂੰ ਕਿੰਨੇ ਫਾਇਰ ਮਾਰੇ ਸੀ? उमर फरूक ने। ਉਮਰ ਫਰੂਕ ਨੇ ਕਿਉਂ ਫਾਇਰ ਮਾਰੇ? मैं अपने प्यो का पता लेना फिर मेरा भाई गली थानी भज गया परे नूं ਹਾਂ ड्रमां च फायर मारे तेल डुल गया। ਅੱਛਾ मैं वो सामने आ रहा सी ਹਾਂ ते फिर वो थड़े चो छाल मारी इत्थे डिग्या ਹਾਂ इत्थों उठ के दवा दवा ही भज्या ਹੂੰ ते जाके वो टैंकी कोले इन्नी गोली चलाई जिहड़ी ना चलाउणी होवे। ਮੈਨੂੰ ਤੁਸੀਂ ਇਹ ਦੱਸੋ ਜਿਹੜਾ ਮਾਸਟਰ ਮੁਸ਼ਤਾਕ ਹੈਗਾ हाँ ਸੀ जी ਇਹ कैसा इंसान ਸੀ? शरीफ इंसान ਸੀ? कोई नहीं जी रस्से गई सी चौड़ाना ਅੱਛਾ ਉਹ ਮਾਸਟਰ ਨਹੀਂ ਸੀ, ਸਰਕਾਰੀ ਮੁਲਾਜ਼ਮ ਸੀ ਨਾ? सरकारी नाना मुलाजम सीगा। ਅੱਛਾ जे मैं मारा औखा मेरे छोटे कुटला पे घरे ले जाके ਆਪਣੇ ਘਰ ਲਿਜਾ ਕੇ ਮਾਰਦਾ हाँ ਸੀ? जी कहने डकैती करन आया। ਮਾਸਟਰ ਮੁਸ਼ਤਾਕ ਨੇ ਹਫੀਜ਼ ਨੂੰ ਕਿਉਂ ਤਸ਼ੱਦਦ ਕੀਤਾ ਸੀ? ਕਿਉਂ ਮਾਰਿਆ ਸੀ ਉਹਨੂੰ? ਉਹ ਬੱਚਿਆਂ ਦੀ ਵਜ੍ਹਾ ਤੋਂ ਕਿਹਦੇ ਬੱਚਿਆਂ ਦੀ ਵਜ੍ਹਾ ਤੋਂ? ਉਹ ਕਹੇ ਬੱਚਾ ਜਿਹਨੇ ਗੁੰਡਾਬਾਜ਼ੀ ਜਿਹੜੀ ਹੁੰਦੀ ਆ ਹਾਂ ਉਹਦੀ ਵਜ੍ਹਾ ਤੋਂ ਉਹ ਕਹਿੰਦੇ ਸੀ ਮੇਰਾ, ਉਹ ਕਹਿੰਦੇ ਸੀ ਮੇਰਾ। ਹੂੰ ਤੇ ਮੇਰਾ ਭਾਈ ਫੈਸਲਾਬਾਦ ਤੋਂ ਆ ਰਿਹਾ ਬੱਸ ਤੋਂ ਉੱਤ ਰਿਹਾ ਹੂੰ ਹੈ ਤੇ ਕਹਿੰਦਾ ਯਾਰ ਆ ਜਾ ਯਾਰ ਚਾਹ ਘੁੱਟ ਪੀ ਲਈਏ ਭਲਵਾਨ ਦੀ ਦੁਕਾਨ ਤੋਂ 72 ਚੱਕ ਚੋਂ। ਅੱਛਾ ਉਹ ਕਹਿੰਦਾ ਨਹੀਂ ਯਾਰ ਮੈਂ ਹੁਣ ਘਰ ਨੂੰ ਜਾਂਦਾ, ਕਹਿੰਦਾ ਚਲੇ ਜਾਣਾ। ਹਾਂ ਅੱਛਾ ਫਿਰ ਉੱਥੇ ਹੱਥੋਂ ਪਾਈ ਹੋ ਪਏ ਆ ਹਾਂ ਜੱਟ ਅਜਮੇਰ ਨੂੰ ਛਾਡਾ ਹਾਂ ਤੇ ਮਾਸ ਮਸਤਾ ਕੇ ਅੱਛਾ ਉਹ ਇੱਕ ਪਾਰਟੀ ਜਿਹੜੀ ਭਿੰਨ ਭਜਾਈ, ਦੂਸਰੀ ਛੁਰੀ ਲੈਣ ਚਲੀ ਗਈ। ਹਾਂ ਉਹ ਭਾਈ ਮੇਰਾ ਚੁੱਪ ਕਰਕੇ ਆ ਗਿਆ। ਮੈਂ ਕੋਠੇ ਤੇ ਸੁੱਤਾ ਸੀ ਰਾਤ 10 ਵਜੇ ਸੁੱਤੇ ਪੈ ਉਠਾਇਆ ਫਿਰ ਕਹਿੰਦੇ ਇੱਕ ਗੱਲ ਪੁੱਛਣੀ ਆ। ਅੱਛਾ ਦੰਗਣਾ ਦਾ ਹਸਪਤਾਲ ਆ ਹਾਂ ਉੱਥੇ ਜਾ ਕੇ ਗੱਲਾਂ ਬਾਤਾਂ ਕਰ ਰਿਹਾ। ਹਾਂ ਉੱਥੇ ਗੱਲਾਂ ਬਾਤਾਂ ਕਰਕੇ ਫਿਰ ਕਹਿੰਦੇ ਯਾਰ ਇੱਥੇ ਬੰਦਾ ਬੁਰਾ ਲੱਗ ਰਿਹਾ ਅੱਛਾ ਤੇ ਆਪਾਂ ਘਰ ਚੱਲਦੇ ਆ। ਘਰੇ ਜਾ ਕੇ ਮੇਰਾ ਭਾਈ ਆਈ ਕਰਕੇ ਬਹਿਣ ਲੱਗਾ ਹਾਂ ਤੇ ਦਹ ਪੈ ਤਕਰੀਬਨ ਐਡੇ ਮੋਟੇ ਡੰਡੇ ਹੋਣੇ 5 ਜਣੇ ਸੀ। ਅੱਛਾ ਅਸੀਂ ਕੁੱਟਿਆ ਜਿੱਦਾਂ ਛਲੀਆਂ ਕੁੱਟਣੀਆਂ। ਹਫੀਜ਼ ਨੂੰ ਮਾਰਿਆ ਮਾਸਟਰ ਮੁਸ਼ਤਾਕ ਨੇ? ਮਾਸਟਰ ਮਸਤਾਕ ਬੰਦੂਕ ਲੈ ਕੇ ਖੜਾ ਸੀ, ਕਹਿੰਦਾ ਜਿਹੜਾ ਲੱਗ ਗਿਆ ਤੇ ਉਹਨੂੰ ਮਾਰ ਦੇਣਾ। ਅੱਛਾ ਹੈ ਕਿੰਨਾ ਮਾਰਿਆ ਸੀ ਤੁਹਾਡੇ ਭਰਾ ਨੂੰ? ਇਹਨਾਂ ਫਿਰ ਉਹਨੇ ਪਾਣੀ ਮੰਗਿਆ, ਇਹ ਕਹਿੰਦੇ ਪਿਸ਼ਾਬ ਪਿਆ ਹੋਇਆ ਇਹਨੂੰ। ਕੌਣ ਕਹਿੰਦਾ? ਮਾਸਟਰ ਮਸਤਾਕ। ਤੇ ਫਿਰ ਉਹਨਾਂ ਪਿਸ਼ਾਬ ਲਾਇਆ ਸੀ? ਹਾਂਜੀ ਪਿਆ। ਇਹ ਹੁਣ ਪਿਸ਼ਾਬ ਪਿਆ ਜਾਂ ਨਾਲੀ ਦਾ ਪਾਣੀ ਪਿਆ, ਹਾਂ 2 ਜਾਂ 3 ਕੱਟੇ ਪਾਇਆ ਮੂੰਹ ਚ। ਅੱਛਾ ਹੈ ਤੇ ਮੁਰਗੇ ਨਾ ਦੇ ਗਾਂਧੀ ਕਹਿੰਦੇ ਭੈਣ ਚੋਦੋ ਤੁਸੀਂ ਤਾਂ ਮਾਰ ਕੇ ਚਲੇ ਜਾਣਾ, ਮੁਸੀਬਤ ਸਾਡੇ ਭਾਰੇ। ਉਹਨਾਂ ਨੇ ਛਡਾਇਆ ਮੇਰਾ ਭਾਈ ਨੂੰ 3-4 ਬੰਦਿਆਂ ਨੇ ਬਾਂਹ ਦੇ ਕੇ ਤੇ ਜੇ ਲਿਆਂਦਾ ਘਰੇ ਤੇ ਫਿਰ ਘਰੇ ਲਿਆ ਕੇ ਤੇ ਪਾਇਆ। ਕੋਈ ਡਾਕਟਰ ਨਹੀਂ ਹੱਥ ਪਾਉਂਦਾ। ਅੱਛਾ ਕੋਈ ਨਾ ਸਾਡੇ ਕੋਲ ਤੇ ਰੋਟੀ ਜੋਗੇ ਭਾਈ ਜਿੰਨਾ ਥਾਣੇ ਗਏ ਨਾ ਕਚਹਿਰੀਆਂ ਗਏ। ਇੰਨਾ ਮਾਰਨ ਦੇ ਬਾਵਜੂਦ ਵੀ ਤੁਸੀਂ ਇਹਨਾਂ ਦੇ ਖਿਲਾਫ ਕੋਈ ਦਰਖਾਸਤ ਕੋਈ ਨਹੀਂ ਨਹੀਂ ਦਿੱਤੀ? ਦਿੱਤੀ। ਇੰਨਾ ਖੌਫ ਸੀ ਇਹਨਾਂ ਦਾ? ਇੰਨਾ ਖੌਫ ਸੀ ਬਲਕਿ ਆ ਜਨਮ ਭਾਈ ਵੀ ਫੌਤ ਹੋਇਆ ਇੱਥੇ ਜਾਣੇ ਦਾ ਮੁੰਡਾ ਫੌਤ ਹੋਇਆ ਸੀ ਅਬਰਾਰ। ਮੈਂ ਜਨਾਜ਼ਾ ਬਣ ਗਿਆ, 4 ਬੰਦੇ ਗੰਨਾ ਲੈ ਕੇ ਆਏ ਮੇਰੇ ਦੁਆਲੇ। ਮੈਨੂੰ ਪਤਾ ਲੱਗ ਗਿਆ, ਮੈਂ ਕੰਨੀ ਭੰਨ ਕੇ ਤੇ ਪਿੰਡ ਆ ਗਿਆ। ਇੱਕ ਮੁੰਡਾ ਸੀ ਆਰਾਨੇ ਦਾ, ਉਹਨੇ ਦਵਾ ਮੋਟਰਸਾਈਕਲ ਤੇ ਪਾਇਆ, ਮੈਨੂੰ ਘਰੇ ਲਾ ਕੇ ਗਿਆ। ਕਹਿੰਦੇ ਬਜ਼ੁਰਗੋ ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜੇ ਥੋੜੇ ਦਿਨ ਪਹਿਲੇ 4 ਸੁਨਿਆਰਿਆਂ ਦੇ ਬੰਦੇ ਕਤਲ ਹੋਏ ਨੇ, ਹਾਂਜੀ ਇਹਨਾਂ ਦੇ ਉਮਰ ਫਰੂਕ ਦੇ ਨਾਲ ਜਾਂ ਤਕੀਰ ਦੇ ਨਾਲ ਕੀ ਦੁਸ਼ਮਣੀ ਹੈਗੀ ਸੀ? ਕੋਈ ਨਹੀਂ, ਬਸ ਸੁਲਾ ਦੇ ਬਾਰੇ ਚਿੱਦਰਾ ਹੱਥ ਤੇ ਵੀ ਜੇ ਇਲੈਕਸ਼ਨ ਜਿੱਤ ਗਏ ਸੁਲਾ ਕਰਾ ਦੇ, ਇਹਨਾਂ ਚ ਰਾਤ ਹੋ ਜਾਣੀਆਂ, ਮਾਰਿਆ ਦਾ ਸਾਥ ਦੇਣਾ ਹੈ ਕਿ ਆ ਦੁਸ਼ਮਣੀ ਆ ਇਹਨਾਂ ਦੀ। ਅੱਛਾ ਉਹਨਾਂ ਸੁਨਿਆਰਿਆਂ ਦੀ ਕੋਈ ਦੁਸ਼ਮਣੀ ਨਹੀਂ ਹੈ? ਦੁਸ਼ਮਣੀ ਨਹੀਂ, ਨਾ ਮੁਸ਼ਤਾਕ ਦੇ ਨਾਲ, ਨਾ ਉਮਰ ਫਰੂਕ ਦੇ ਨਾਲ, ਨਾ ਤਕੀਰ ਦੇ ਨਾਲ? ਕਿਸੇ ਨਾਲ ਵੀ ਨਹੀਂ।
ਇਹ ਜਿਹੜਾ ਤੁਕੀਰ ਨਾਂ ਦਾ ਬੰਦਾ ਜਿਹੜਾ ਇਹਦਾ ਮਾਮੂ ਬਣ ਕੇ ਸਾਹਮਣੇ ਆਇਆ ਕਿ ਜੀ ਮੈਂ ਕਤਲ ਕੀਤੇ ਨੇ, ਇਹਦਾ ਉਮਰ ਫਾਰੂਕ ਦਾ ਸਕਾ ਮਾਮਾ ਹੈਗਾ ਜੀ? ਨਹੀਂ ਜੀ, ਮੂੰਹ ਬੋਲਿਆ। ਅੱਛਾ, ਉਹਨੇ ਫਿਰ ਕਿਉਂ ਇਹਨਾਂ ਨੂੰ 4 ਬੰਦਿਆਂ ਨੂੰ ਕਤਲ ਕਰ ਦਿੱਤਾ ਜੀ? ਵੇਖੋ ਜੀ, ਇਹ ਮੇਰੇ ਮਗਰ ਵੀ ਜਾਂਦਾ ਜੀ। ਇਹ ਤਗੀਰ ਧੰਨਾ ਜਿਹੜਾ ਹਾਂ, ਰੱਤੀ ਦੇ ਕਬਰਸਤਾਨ ਦੇ 4 ਬੰਦੇ ਲੈ ਕੇ ਆ ਮੇਰੇ ਮਗਰ, ਤੁਹਾਡੇ ਮਗਰ ਕਿਉਂ ਆਇਆ? ਫੈਰ ਮਾਰਨ ਵਾਸਤੇ। ਅੱਗੋਂ ਰੱਬ ਬਚਾ ਲਿਆ, ਮੈਨੂੰ ਰੱਬ ਨੇ ਬਚਾ ਲਿਆ। ਕਹਿੰਦਾ ਪਰਚਾ ਚੱਕ 302 ਵਾਲਾ। ਅੱਛਾ, ਆਲੇ ਬੇਟੇ ਵਾਲਾ ਪਰਚਾ ਚੱਕ ਕੇ ਮਟਾਈ ਆ। ਹਾਂ। ਕਹਿੰਦਾ ਤੇਰਾ ਪੁੱਤ ਵੀ ਮਾਰਨਾ, ਤੇਰਾ ਜਵਾਈ ਵੀ ਮਾਰਨਾ। ਬਜ਼ੁਰਗੋ ਤੁਸੀਂ ਹੁਣ ਇਹਨਾਂ ਦਾ ਮੁਕਾਬਲਾ ਕਰੋਗੇ ਔਰ ਇਸ ਕੇਸ ਨੂੰ ਲੈ ਕੇ ਅੱਗੇ ਚਲੋਗੇ? ਮੇਰਾ ਤਾਂ ਅੱਲਾ ਹੀ ਵਾਰਸ ਆ ਜੀ। ਹਾਂ, ਅੱਗੇ ਮੇਰੇ ਨਾਲ 1-2 ਬੰਦੇ ਜਾਂਦੇ ਸੀ, ਹੂੰ। ਹੁਣ ਮੇਰੇ ਨਾਲ ਕੋਈ ਨਹੀਂ ਜਾਣਾ। ਜਿਹੜਾ ਮੇਰੇ ਨਾਲ ਤੋੜਦਾ ਉਹਨੂੰ ਫਾਇਰ ਮਾਰ ਦਿੰਦੇ ਆ। ਤੁਸੀਂ ਇਕੱਲੇ ਹੀ ਜਾਂਦੇ ਹੋ? ਇਕੱਲੇ ਹੀ ਜਾਂਦੇ ਆ ਜੀ। ਪਿਛਲੀ 9 ਤਰੀਕ ਤੇ ਮੇਰੀ ਤਰੀਕ ਸੀ, ਹਾਂ। ਮੈਂ ਗਿਆ ਤੇ ਮੈਂ ਹਾਜ਼ਰ ਲਵਾ ਕੇ ਵਕੀਲ ਮੇਰਾ ਚੈਂਬਰ ਚ ਲਿਆ, ਮਗਰ 4 ਬੰਦੇ ਮੇਰੇ ਮਗਰ ਗਏ ਆ। ਹੁਣ ਤੁਸੀਂ ਕੀ ਚਾਹੁੰਦੇ ਹੋ? ਵਜ਼ੀਰ ਆਲਾ ਪੰਜਾਬ ਸਾਹਿਬਾ ਵੀ ਤੁਹਾਨੂੰ ਸੁਣਦੀ ਪਈ ਹੈ, ਤੁਹਾਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ, ਤੇ ਹੁਣ ਤੁਸੀਂ ਕੀ ਕਹੋਗੇ? ਵਜ਼ੀਰ ਵਾਲਾ ਨੇ ਤੱਕ ਪਹੁੰਚ ਗਿਆ, ਫਿਰ ਵਜ਼ੀਰ ਵਾਲਾ ਜਿਹੜਾ ਕੀ ਉਹਨਾਂ ਨੂੰ ਕਹਿੰਦੇ ਆ, ਆਈਜੀ ਪੰਜਾਬ ਨੂੰ ਕੀ ਮੁਤਾਲਬਾ ਪੰਜਾਬ ਨੂੰ ਕਰੋਗੇ? ਮੈਂ ਅਸੀਂ ਦਰਖਾਸਤ ਦਿੱਤੀ ਆ। ਹਾਂ, ਉਹਨਾਂ ਨੇ ਮੈਂ ਜੜਾ ਵਾਲੇ ਥਾਣੇ 'ਚ ਭੇਜਿਆ। ਉਹਨਾਂ ਨੇ ਗੰਗੂਆਂ ਨੇ ਮਿੱਟੀ ਲਾਈ ਆ। ਹਾਂ, ਮੁੜ ਕੇ ਤੂੰ ਕੌਣ? ਮੈਂ ਆ ਫਾਇਲ ਵੱਜੇ ਆ, ਅੱਛਾ। ਮੈਂ ਦਿਖਾ ਦਿੱਤੀ ਆ। ਅਜੇ ਤੁਹਾਡੇ ਘਰ ਤੱਕ ਤੇ ਫਾਇਰ ਮਾਰੇ? ਹਾਂਜੀ, ਇਹ ਕਿੰਨੇ ਮਾਰੇ ਸੀ? ਇਹ ਮਾਰੇ ਸੇ ਤਕੀਰ ਧੰਨੇ ਨੇ, ਅੱਛਾ। 4-5 ਬੰਦੇ ਹੋਰ ਸੀ ਨਾਲ। ਹਾਂ, ਹੈ ਤੇ ਤਕੀਰ ਧੰਨਾ ਜਿਹੜਾ ਹੈ ਕੀ ਕੰਮ ਕਰਦਾ ਹੈਗਾ ਜੀ? ਇਹ ਬਾਰੇ ਏਦਾਂ ਹੀ ਤੈਨੂੰ ਖੋਲੇ, ਤੇਥੋਂ ਪੈਸੇ ਖੋਲੇ, ਮੇਥੋਂ ਖੋਲੇ, ਟਕੇਟੀਆਂ ਚੋਰੀਆਂ ਕਰਦੇ ਆ ਅੱਛਾ, ਤੇ ਏਦਾਂ ਕਰੀ ਜਾਂਦੇ ਆ। ਸ਼ਰਾਫਤ ਦੇ ਨਾਲ ਇਹਨਾਂ ਦਾ ਕੋਈ ਤਾਲੁਕ ਨਹੀਂ ਹੈ? ਕੋਈ ਨਹੀਂ। ਤੇ ਤੁਸੀਂ ਹੁਣ ਕੀ ਮੁਤਾਲਬਾ ਕਰੋਗੇ ਕਿ ਇਹਨਾਂ ਮੁਲਜ਼ਮਾਂ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ? ਮੈਂ ਤਾਂ ਕਹਿੰਦਾ ਸ਼ਾਮਾਂ ਨੂੰ ਹੁਣ ਦਿਨ ਚੜੇ, ਹਾਂ, ਇਹਨਾਂ ਸਜ਼ਾ ਫੁੱਲ ਮਿਲਣੀ ਚਾਹੀਦੀ ਆ। ਜੇ ਇਹ ਬਾਹਰ ਆ ਗਏ ਮੈਨੂੰ ਵੀ ਨਹੀਂ ਛੱਡਣਾ। ਇਹ ਹੁਣ ਜਿਹੜਾ ਫਿਰ ਮੈਨੂੰ ਤਾਂ ਅੱਜ ਰਾਤ ਨੂੰ ਸੌਣਾ ਔਖਾ ਹੋ ਗਿਆ। ਖਬਰੇ ਕਿਹੜੇ ਵੇ ਧੰਨੇ ਨੇ ਆ ਜਾਣਾ, ਮੈਨੂੰ ਫਾਇਰ ਮਾਰ ਦੇਣੇ ਆ। और जाके बिजली तारे देखो उधर पहले बाजार से फायर मारे। नाज़रीन, ये कहानी इस गांव से शुरू होती है। आज से तकरीबन 25 साल पहले मास्टर मुश्ताक नामी शख्स ने हफीज़ को तशद्दुद का निशाना बनाया और फिर उसने अपनी बेइज्जती का बदला लेने के लिए मुश्ताक को कत्ल कर दिया। मुश्ताक का बेटा जब उन दिनों छोटा था, कम उम्र था, तो उसने अपने बाप का बदला लेने के लिए अपने जवान होने का इंतज़ार किया और जैसे वो जवान हुआ तो इस गांव के तकरीबन 1 दर्जन से ज़ायद अफराद को उसने गोलियों का निशाना बनाया और कितने अफराद को उसने कत्ल किया। बुजुर्गो, तुसी मैनू ये दसो कि जिहड़ी उमर फारूक दी गर्दन कट्टी सी, वो किन्ने कट्टी सी? वो कोई पता नहीं, ये यारा दोस्तों ने कट्टी आ। अगो ये बकौल बयान जड़े आ भी मैं 15 लाख रुपया लेना सी। अच्छा। SHO ने बयान दिंदा पिया, जिहड़ा मेरे कोल मौजूद आ। हाँ। है मैं 15 लाख रुपया लेना, कहने काहदा लेना? SHO साहब कहंदे कहना मैं वैगन बेची सी। ਉਹਦਾ ਉਹਦੀ ਗਰਦਨ ਕੱਟਣ ਦੇ ਵਿੱਚ ਕੋਈ ਹੱਥ ਨਹੀਂ ਹੈ, ਵੀ ਕੋਈ ਲੈਣਾ ਦੇਣਾ ਨਹੀਂ ਹੈ। ਪਿੰਡ ਲੰਬਰਦਾਰ ਤੇ ਜਾ ਕੇ ਪੁੱਛ ਲੋ, ਸਾਨੂੰ ਇਹ ਵੀ ਨਹੀਂ ਪਤਾ ਕਦੋਂ ਤੀਜੀ ਆ। ਲੰਬਰਦਾਰ ਨੂੰ ਫੋਨ ਆਇਆ, ਉਹਨੇ ਕਿਹਾ ਬੜਾ ਵੱਡਾ ਇਸ਼ਤਿਹਾਰੀ ਆ ਜੀ, ਇਹਨੇ ਪੂਰੇ ਪਿੰਡ ਨੂੰ ਵਕਤ ਪਾਇਆ। ਠੀਕ ਹੈ। ਹੈ ਤੇ ਫਿਰ ਆ ਮੇਰੇ ਬੇਟੇ ਨੂੰ ਉਹਨਾਂ ਨੂੰ ਛਾਤਾ, ਮੇਰੇ ਬੇਟੇ ਦੇ ਪਰਚਾ ਪਾਇਆ होया। नाज़रीन, ये असल हकीकत हमारा मकसद आपके सामने लाने का ये था कि जो सोशल मीडिया पर गैर मुसद्दका खबरें चल रही हैं और जो तुकीर तन्ना नामी जो मुलजम सोशल मीडिया पर बयान दे रहा है कि 4 अफराद को मैंने कैसे कत्ल किया और मैंने क्यों कत्ल किया। असल में इस गांव से 25 साल पहले शुरू होने वाली एक बच्चों की छोटी सी लड़ाई ने कई खानदानों को उजाड़ दिया, लेकिन आज भी इंसाफ के मुंतजर यहाँ के रहने वाले शहरी जो हैं वो इस उमर फारूक नामी मुलजम के खौफ से इस कदर डरे हुए हैं, इस कदर सहमे हुए हैं कि कोई भी सामने आकर हिम्मत करने की कोशिश नहीं करता कि हमें इंसाफ चाहिए। ये बुजुर्ग जो शायद अपने भाई को इंसाफ दिलाने के लिए, हो सकता है कि इन पर भी हमला हो और उस हमले की जद में आकर ये भी इस दुनिया से चले जाएं। अगली वीडियो में आपकी मुलाकात एक ऐसे शहरी से करवाएंगे जिसको उमर फारूक ने सिर्फ इसलिए गोलियां मारकर उसे जख्मी किया, उसे चारपाई पर डाल दिया कि वो इन लोगों के साथ जाता था। वो मरने वाले मकतूल हफीज का कज़न था, तो इसलिए उसे भी गोलियां मारकर
जख्मी कर दिया। अगली वीडियो में आपसे दोबारा मुलाकात होती है, तब तक के लिए अल्लाह निगहबान।